ਮਨਪ੍ਰੀਤ, ਮੈਨੂੰ ਬਹੁਤ ਮਾਰਿਆ ਹੈ ਜੋਗਿੰਦਰ ਨੇ ਅੱਜ ਵੀ। ਹੁਣ ਤੁਸੀਂ ਹੀ ਦੱਸੋ ਮੈਂ ਕੀ ਕਰਾਂ। ਮੇਰੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਹੈ। ਮੈਂ ਆਪਣੀ ਜ਼ਿੰਦਗੀ ਤੋਂ ਇਸ ਕਦਰ ਤੰਗ ਆ ਚੁੱਕੀ ਹਾਂ ਕਿ ਜੀ ਕਰਦਾ ਹੈ ਮੈਂ ਖੁਦ ਨੂੰ ਖਤਮ ਕਰ ਲਵਾਂ। ਹੁਣ ਤੁਸੀਂ ਹੀ ਦੱਸੋ ਕਿ ਸਾਡੀ ਔਰਤਾਂ ਦੀ ਜ਼ਿੰਦਗੀ ਵਿੱਚ ਇਹ ਸਭ ਹੀ ਲਿਖਿਆ ਹੈ ਕਿ ਅਸੀਂ ਸਾਰੀ ਜ਼ਿੰਦਗੀ ਆਪਣੇ ਪਤੀ ਤੋਂ ਮਾਰ ਹੀ ਖਾਂਦੀਆਂ ਰਹੀਏ। ਮੈਨੂੰ ਹਰ ਰੋਜ਼ ਇਸ ਤਰ੍ਹਾਂ ਤੇਰੇ ਘਰ ਆਉਣਾ ਚੰਗਾ ਨਹੀਂ ਲੱਗਦਾ, ਪਰ ਜੇ ਤੇਰਾ ਆਸਰਾ ਨਾ ਹੁੰਦਾ ਤਾਂ ਮੈਂ ਹੁਣ ਤੱਕ ਖੁਦ ਨੂੰ ਖਤਮ ਕਰ ਲਿਆ ਹੁੰਦਾ। ਮੈਂ ਆਪਣੀ ਭੈਣ ਜੀਤੀ ਦਾ ਹੱਥ ਫੜ ਲਿਆ ਤੇ ਕਿਹਾ, ਖਬਰਦਾਰ, ਜੋ ਤੂੰ ਆਪਣੇ ਮੂੰਹ ਤੋਂ ਇਸ ਤਰ੍ਹਾਂ ਦੀ ਕੋਈ ਗੱਲ ਕੱਢੀ, ਰੱਬ ਨਾ ਕਰੇ ਤੇਰੇ ਨਾਲ ਇਦਾਂ ਦਾ ਕੁਝ ਹੋਵੇ। ਮੈਂ ਰਵੀ ਨਾਲ ਗੱਲ ਕਰਾਂਗੀ, ਉਹ ਜੋਗਿੰਦਰ ਨੂੰ ਸਮਝਾਉਣਗੇ। ਜੀਤੀ ਮੇਰੇ ਗਲ ਲੱਗ ਕੇ ਰੋਣ ਲੱਗ ਪਈ। ਰੋਂਦੇ ਹੋਏ ਉਸਨੇ ਕਿਹਾ, ਮੈਨੂੰ ਤੇਰੇ ਪਤੀ ਤੋਂ ਬਹੁਤ ਸ਼ਰਮ ਆਉਂਦੀ ਹੈ। ਉਹ ਵੀ ਕੀ ਸੋਚਦੇ ਹੋਣਗੇ ਕਿ ਇਹ ਹਰ ਸਮੇਂ ਸਾਡੇ ਘਰ ਆਈ ਰਹਿੰਦੀ ਹੈ। ਨਹੀਂ ਜੀਤੀ, ਰਵੀ ਇਸ ਤਰ੍ਹਾਂ ਦਾ ਨਹੀਂ ਹੈ। ਉਹ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੋਚਦੇ। ਜੀਤੀ, ਤੂੰ ਆਪਣੇ ਪਤੀ ਤੋਂ ਤਲਾਕ ਕਿਉਂ ਨਹੀਂ ਲੈ ਲੈਂਦੀ? ਜਾਨ ਛੁਡਾ ਐਦਾਂ ਦੇ ਇਨਸਾਨ ਤੋਂ। ਉਸਨੇ ਤੈਨੂੰ ਦਿੱਤਾ ਹੀ ਕੀ ਹੈ ਸਿਵਾਏ ਮਾਰਪੀਟ ਦੇ? ਕੀ ਪਤਾ ਰੱਬ ਨੇ ਤੇਰੇ ਲਈ ਕੁਝ ਚੰਗਾ ਸੋਚ ਰੱਖਿਆ ਹੋਵੇ। ਜੀਤੀ ਨੇ ਬਹੁਤ ਅਜੀਬ ਨਜ਼ਰਾਂ ਨਾਲ ਮੈਨੂੰ ਦੇਖਿਆ ਤੇ ਕਹਿਣ ਲੱਗੀ, ਮਨਪ੍ਰੀਤ, ਤਲਾਕ ਲੈ ਕੇ ਮੈਂ ਜਾਊਂਗੀ ਹੀ ਕਿੱਥੇ? ਮੇਰੇ ਕੋਲ ਤਾਂ ਕੋਈ ਟਿਕਾਣਾ ਵੀ ਨਹੀਂ ਹੈ। ਉਸ ਦੀਆਂ ਗੱਲਾਂ ਸੁਣਦੇ ਹੀ ਮੈਂ ਖਾਮੋਸ਼ ਹੋ ਗਈ। ਅਖੀਰ ਉਹ ਠੀਕ ਹੀ ਤਾਂ ਬੋਲ ਰਹੀ ਸੀ। ਚੰਗਾ ਠੀਕ ਹੈ, ਉੱਠ ਕੇ ਮੂੰਹ ਹੱਥ ਧੋ ਲੈ, ਮੈਂ ਤੇਰੇ ਲਈ ਖਾਣਾ ਲਗਾਉਂਦੀ ਹਾਂ। ਇਹ ਕਹਿ ਕੇ ਮੈਂ ਰਸੋਈ ਵਿੱਚ ਖਾਣਾ ਲੈਣ ਲਈ ਆ ਗਈ। ਮੈਂ ਖਾਣਾ ਕੱਢ ਹੀ ਰਹੀ ਸੀ ਕਿ ਅਚਾਨਕ ਰਵੀ ਘਰ ਵਿੱਚ ਆ ਗਿਆ। ਰਵੀ ਨੇ ਆਉਂਦੇ ਹੀ ਮੈਨੂੰ ਦੇਖਿਆ। ਜੀਤੀ ਰੋ ਰੋ ਕੇ ਰਵੀ ਨੂੰ ਆਪਣੇ ਪਤੀ ਜੋਗਿੰਦਰ ਦੀਆਂ ਸ਼ਿਕਾਇਤਾਂ ਕਰ ਰਹੀ ਸੀ। ਰਵੀ ਉਸ ਨੂੰ ਤਸੱਲੀ ਦੇ ਰਿਹਾ ਸੀ। ਖਾਣਾ ਖਾਣ ਦੇ ਬਾਅਦ ਰਵੀ ਬਾਹਰ ਚਲਾ ਗਿਆ। ਜੀਤੀ ਦੇ ਪਤੀ ਦਾ ਵੀ ਫੋਨ ਆ ਗਿਆ ਸੀ। ਉਹ ਗੁੱਸੇ ਵਿੱਚ ਜੀਤੀ ਨੂੰ ਬੋਲਿਆ, ਜਲਦੀ ਘਰ ਆ, ਨਹੀਂ ਤਾਂ ਮੈਂ ਤੇਰਾ ਉਹ ਹਾਲ ਕਰੂੰਗਾ ਜੋ ਤੂੰ ਕਦੇ ਸੋਚਿਆ ਵੀ ਨਹੀਂ ਹੋਵੇਗਾ। ਜੀਤੀ ਨੇ ਜਦੋਂ ਇਹ ਗੱਲ ਮੈਨੂੰ ਦੱਸੀ ਤਾਂ ਮੈਂ ਗੁੱਸੇ ਨਾਲ ਬੋਲੀ, ਜੀਤੀ, ਤੇਰਾ ਪਤੀ ਤੈਨੂੰ ਇਸ ਲਈ ਮਾਰਦਾ ਪਿੱਟਦਾ ਹੈ ਕਿਉਂਕਿ ਤੂੰ ਉਸ ਦੀਆਂ ਧਮਕੀਆਂ ਵਿੱਚ ਆ ਜਾਂਦੀ ਹੈ। ਇੱਕ ਵਾਰ ਉਸ ਦੇ ਸਾਹਮਣੇ ਆਪਣੀ ਆਕੜ ਦਿਖਾ ਤਾਂ ਉਹ ਸੁਧਰ ਜਾਵੇਗਾ। ਜੀਤੀ ਨੇ ਕਿਹਾ, ਮਨਪ੍ਰੀਤ, ਜੇ ਸਾਡੇ ਮਾਂ-ਬਾਪ ਜਿਉਂਦੇ ਹੁੰਦੇ ਤਾਂ ਮੈਂ ਜ਼ਰੂਰ ਉਸ ਨੂੰ ਆਕੜ ਦਿਖਾਉਂਦੀ, ਪਰ ਮੈਂ ਬਹੁਤ ਬੇਬਸ ਹਾਂ। ਮੈਂ ਤਾਂ ਹਰ ਰੋਜ਼ ਬਸ ਰੱਬ ਨੂੰ ਇਹੀ ਪ੍ਰਾਰਥਨਾ ਕਰਦੀ ਹਾਂ ਕਿ ਮੇਰੇ ਪਤੀ ਨੂੰ ਅਕਲ ਦੇਣ ਤਾਂ ਕਿ ਮੇਰੀ ਜ਼ਿੰਦਗੀ ਕਿਸੇ ਤਰ੍ਹਾਂ ਗੁਜ਼ਰ ਸਕੇ। ਜੀਤੀ ਦੀ ਗੱਲ ਸੁਣ ਕੇ ਮੇਰਾ ਦਿਲ ਬਹੁਤ ਦੁਖਦਾ ਸੀ, ਪਰ ਮੈਂ ਚਾਹ ਕੇ ਵੀ ਆਪਣੀ ਭੈਣ ਦੀ ਤਕਲੀਫ ਦੂਰ ਨਹੀਂ ਕਰ ਸਕਦੀ ਸੀ। ਜੀਤੀ ਦੇ ਜਾਣ ਤੋਂ ਬਾਅਦ ਮੈਂ ਰਸੋਈ ਵਿੱਚ ਆ ਗਈ ਤੇ ਭਾਂਡੇ ਸਮੇਟਣ ਲੱਗੀ। ਮੇਰੀ ਤਬੀਅਤ ਕੁਝ ਖਰਾਬ ਲੱਗ ਰਹੀ ਸੀ। ਆਪਣੀ ਭੈਣ ਜੀਤੀ ਬਾਰੇ ਸੋਚ ਕੇ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ। ਮੇਰਾ ਦਿਲ ਘਬਰਾ ਰਿਹਾ ਸੀ ਤੇ ਮੈਨੂੰ ਚੱਕਰ ਆਉਣ ਲੱਗਿਆ। ਮੈਂ ਸਾਰੇ ਕੰਮਾਂ ਨੂੰ ਛੱਡ ਕੇ ਸੋਫੇ ਤੇ ਆ ਕੇ ਲੇਟ ਗਈ। ਮੈਨੂੰ ਪਤਾ ਨਹੀਂ ਚੱਲਿਆ ਕਦੋਂ ਮੇਰੀ ਅੱਖ ਲੱਗ ਗਈ। ਮੇਰੀ ਅੱਖ ਉਦੋਂ ਖੁੱਲੀ ਜਦੋਂ ਰਵੀ ਮੇਰੇ ਕੋਲ ਬੈਠ ਕੇ ਮੇਰੀ ਬਾਹ ਨੂੰ ਹਿਲਾਉਂਦੇ ਹੋਏ ਕਹਿ ਰਿਹਾ ਸੀ, ਕੀ ਗੱਲ ਹੈ ਮਨਪ੍ਰੀਤ, ਤੂੰ ਇਸ ਤਰ੍ਹਾਂ ਤਾਂ ਕਦੇ ਨਹੀਂ ਸੌਂਦੀ, ਸਭ ਠੀਕ ਤਾਂ ਹੈ? ਮੈਂ ਅੱਖਾਂ ਮਲਦੇ ਹੋਏ ਉੱਠ ਬੈਠੀ। ਮੈਂ ਘੜੀ ਵੱਲ ਦੇਖਿਆ ਤਾਂ ਹੈਰਾਨ ਰਹਿ ਗਈ। ਮੈਂ ਪਿਛਲੇ 4 ਘੰਟਿਆਂ ਤੋਂ ਸੋ ਰਹੀ ਸੀ। ਮੈਂ ਕਿਹਾ, ਰਵੀ, ਮੇਰਾ ਜੀ ਘਬਰਾ ਰਿਹਾ ਸੀ, ਇਸ ਲਈ ਸੋਫੇ ਤੇ ਆ ਕੇ ਲੇਟ ਗਈ ਤੇ ਮੈਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਅੱਖ ਲੱਗ ਗਈ। ਮੇਰੀ ਤਬੀਅਤ ਨੂੰ ਦੇਖਦੇ ਹੋਏ ਰਵੀ ਘਬਰਾ ਗਿਆ ਸੀ। ਮੈਂ ਰਵੀ ਨੂੰ ਕਿਹਾ, ਪਰ ਮੈਂ ਹੁਣ ਕੁਝ ਵੀ ਠੀਕ ਮਹਿਸੂਸ ਨਹੀਂ ਕਰ ਰਹੀ ਹਾਂ, ਮੇਰਾ ਜੀ ਘਬਰਾ ਰਿਹਾ ਹੈ। ਰਵੀ ਨੇ ਕਿਹਾ, ਇਸ ਤਰ੍ਹਾਂ ਤਾਂ ਹੋਣਾ ਹੀ ਹੈ। ਤੂੰ ਸਾਰਾ ਦਿਨ ਰਸੋਈ ਵਿੱਚ ਕੰਮ ਕਰੇਗੀ ਤਾਂ ਤਬੀਅਤ ਐਦਾਂ ਹੀ ਰਹੇਗੀ। ਤੇਰੀ ਭੈਣ ਜੀਤੀ ਕਿਹੜਾ ਸਾਲਾਂ ਬਾਅਦ ਆਉਂਦੀ ਹੈ ਜੋ ਤੂੰ ਉਸ ਦੀ ਇੰਨੀ ਖਾਤਰਦਾਰੀ ਕਰਦੀ ਹੈ? ਹਫ਼ਤੇ ਵਿੱਚ 2 ਵਾਰ ਤਾਂ ਉਹ ਆ ਹੀ ਜਾਂਦੀ ਹੈ। ਜੀਤੀ ਬਾਰੇ ਮੈਂ ਰਵੀ ਨਾਲ ਕੁਝ ਗੱਲ ਕਰਨਾ ਚਾਹੁੰਦੀ ਸੀ, ਪਰ ਇਸ ਕਦਰ ਚੱਕਰ ਆ ਰਹੇ ਸੀ ਕਿ ਮੈਂ ਬੈਠ ਗਈ। ਰਵੀ ਬੋਲਿਆ, ਮੈਂ ਤੈਨੂੰ ਡਾਕਟਰ ਕੋਲ ਲੈ ਚੱਲਦਾ ਹਾਂ। ਮੈਂ ਡਾਕਟਰ ਕੋਲ ਜਾਣ ਤੋਂ ਮਨਾ ਕੀਤਾ, ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਤੇ ਉਹ ਜ਼ਬਰਦਸਤੀ ਮੈਨੂੰ ਡਾਕਟਰ ਕੋਲ ਲੈ ਗਏ। ਡਾਕਟਰ ਨੇ ਜਦੋਂ ਮੇਰਾ ਚੈੱਕਅਪ ਕੀਤਾ ਤਾਂ ਉਸਨੇ ਇਦਾਂ ਦੀ ਗੱਲ ਦੱਸੀ ਕਿ ਮੈਂ ਤੇ ਰਵੀ ਖੁਸ਼ੀ ਨਾਲ ਨੱਚ ਉੱਠੇ। ਡਾਕਟਰ ਨੇ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਹਾਂ, ਪਰ ਨਾਲ ਹੀ ਉਸਨੇ ਇਹ ਵੀ ਕਹਿ ਦਿੱਤਾ ਸੀ ਕਿ ਮਾਂ ਤੇ ਬੱਚਾ ਦੋਵੇਂ ਬਹੁਤ ਕਮਜ਼ੋਰ ਹਨ, ਇਹਨਾਂ ਦੋਵਾਂ ਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। ਡਾਕਟਰ ਨੇ ਮੈਨੂੰ ਆਰਾਮ ਕਰਨ ਲਈ ਬੋਲ ਦਿੱਤਾ, ਪਰ ਇਹਨਾਂ 4 ਸਾਲਾਂ ਵਿੱਚ ਸਾਨੂੰ ਹੁਣ ਖੁਸ਼ਖਬਰੀ ਮਿਲੀ ਸੀ, ਇਸ ਲਈ ਅਸੀਂ ਦੋਵੇਂ ਬਹੁਤ ਖੁਸ਼ ਸੀ। ਮੈਂ ਤੇ ਰਵੀ
ਦੋਵੇਂ ਹਸਪਤਾਲ ਤੋਂ ਘਰ ਵਾਪਸ ਆ ਗਏ। ਰਵੀ ਨੇ ਮੈਨੂੰ ਕਿਹਾ, ਮਨਪ੍ਰੀਤ, ਤੂੰ ਅੱਜ ਤੋਂ ਬਾਅਦ ਕਿਸੇ ਵੀ ਕੰਮ ਨੂੰ ਹੱਥ ਨਹੀਂ ਲਗਾਏਗੀ। ਮੈਂ ਘਰ ਦੇ ਕੰਮ ਲਈ ਕਿਸੇ ਨੌਕਰਾਣੀ ਨੂੰ ਰੱਖ ਲੈਂਦਾ ਹਾਂ। ਮੈਂ ਰਵੀ ਨੂੰ ਨੌਕਰਾਣੀ ਰੱਖਣ ਤੋਂ ਮਨਾ ਕਰ ਦਿੱਤਾ। ਰਵੀ ਨੇ ਕਿਹਾ, ਮੈਂ ਤੇਰੀ ਇੱਕ ਵੀ ਨਹੀਂ ਸੁਣਨ ਵਾਲਾ, ਬਸ ਤੂੰ ਚੁੱਪ ਰਹਿ। ਰਵੀ ਦੀਆਂ ਗੱਲਾਂ ਤੇ ਮੈਂ ਹੱਸ ਪਈ ਤੇ ਕਿਹਾ, ਚੰਗਾ ਬਾਬਾ, ਜੋ ਤੁਹਾਡਾ ਦਿਲ ਕਰਦਾ ਉਹ ਕਰੋ। ਰੱਬ ਨੇ ਮੈਨੂੰ ਵੱਡੀ ਖੁਸ਼ਖਬਰੀ ਦਿੱਤੀ ਸੀ, ਇਸ ਲਈ ਮੈਂ ਆਪਣੇ ਮਨ ਦੀ ਗੱਲ ਕਿਸੇ ਆਪਣੇ ਨਾਲ ਹੀ ਕਰਨਾ ਚਾਹੁੰਦੀ ਸੀ। ਮੇਰੇ ਮਾਪੇ ਤਾਂ ਮੇਰੇ ਤੇ ਜਿੱਤੀ ਦੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਇਸ ਦੁਨੀਆ ਤੋਂ ਚਲੇ ਗਏ ਸੀ। ਇੱਕ ਭੈਣ ਹੀ ਸੀ, ਇਸ ਲਈ ਮੈਂ ਜਲਦੀ ਨਾਲ ਜਿੱਤੀ ਨੂੰ ਫੋਨ ਮਿਲਾਇਆ। ਮੈਂ ਆਪਣੀ ਭੈਣ ਜਿੱਤੀ ਨੂੰ ਆਪਣੇ ਮਾਂ ਬਣਨ ਦੀ ਖਬਰ ਦੱਸੀ ਤਾਂ ਉਹ ਬਹੁਤ ਖੁਸ਼ ਹੋਈ। ਉਸਨੇ ਕਿਹਾ, ਕੱਲ ਮੈਂ ਤੈਨੂੰ ਮਿਲਣ ਆਵਾਂਗੀ। ਮੈਂ ਕਿਹਾ, ਹਾਂ ਹਾਂ, ਕਿਉਂ ਨਹੀਂ। ਰਵੀ ਦੇ ਦਫ਼ਤਰ ਜਾਣ ਤੋਂ ਬਾਅਦ ਜਿੱਤੀ ਮੇਰੇ ਘਰ ਆ ਗਈ ਤੇ ਉਹ ਬਹੁਤ ਖੁਸ਼ ਸੀ। ਕਹਿਣ ਲੱਗੀ, ਇਸ ਮੁਸ਼ਕਿਲ ਸਮੇਂ ਵਿੱਚ ਤੂੰ ਇੰਨੀ ਚੰਗੀ ਖਬਰ ਸੁਣਾਈ ਹੈ ਕਿ ਮੈਂ ਮਚਲ ਉੱਠੀ ਹਾਂ। ਮੈਂ ਉਸਨੂੰ ਦੱਸਿਆ ਕਿ ਡਾਕਟਰ ਨੇ ਮੈਨੂੰ ਆਰਾਮ ਕਰਨ ਲਈ ਕਿਹਾ ਹੈ, ਇਸ ਲਈ ਰਵੀ ਚਾਹੁੰਦੇ ਹਨ ਕਿ ਉਹ ਘਰ ਦੇ ਕੰਮ ਲਈ ਨੌਕਰਾਣੀ ਰੱਖ ਲਵੇ। ਮੇਰੀ ਗੱਲ ਸੁਣ ਕੇ ਜਿੱਤੀ ਦੀਆਂ ਅੱਖਾਂ ਵਿੱਚ ਹਸਰਤ ਭਰ ਆਈ। ਉਹ ਮੇਰੀ ਗੱਲ ਨੂੰ ਕੱਟਦੇ ਹੋਏ ਬੋਲੀ, ਜੇ ਤੈਨੂੰ ਬੁਰਾ ਨਾ ਲੱਗੇ ਤਾਂ ਮੈਂ ਤੈਨੂੰ ਇੱਕ ਗੱਲ ਕਹਾਂ। ਮੈਂ ਕਿਹਾ, ਹਾਂ ਹਾਂ, ਬੋਲ, ਕੀ ਗੱਲ ਹੈ। ਤੂੰ ਘਰ ਦੇ ਕੰਮਾਂ ਲਈ ਕਿਸੇ ਹੋਰ ਨੂੰ ਰੱਖਣ ਦੇ ਬਜਾਏ ਮੈਨੂੰ ਹੀ ਰੱਖ ਲੈ। ਮੈਂ ਤੇਰੇ ਘਰ ਦਾ ਕੰਮ ਚੰਗੀ ਤਰ੍ਹਾਂ ਕਰਾਂਗੀ ਤੇ ਤੇਰਾ ਧਿਆਨ ਵੀ ਰੱਖ ਲਵਾਂਗੀ। ਜੋ ਪੈਸੇ ਤੂੰ ਉਸ ਨੂੰ ਦੇਵੇਗੀ, ਬਦਲੇ ਵਿੱਚ ਮੈਨੂੰ ਹੀ ਦੇ ਦੇਣਾ। ਉਸ ਨਾਲ ਮੇਰੇ ਘਰ ਦਾ ਖਰਚਾ ਵੀ ਚੱਲ ਜਾਵੇਗਾ। ਮੈਂ ਉਸ ਦੀ ਗੱਲ ਸੁਣ ਕੇ ਘਬਰਾ ਗਈ ਤੇ ਮੈਂ ਕਿਹਾ, ਰੱਬ ਨਾ ਕਰੇ ਕਿ ਤੂੰ ਮੇਰੇ ਘਰ ਵਿੱਚ ਨੌਕਰਾਣੀ ਦਾ ਕੰਮ ਕਰੇ। ਤੂੰ ਵੈਸੇ ਹੀ ਮੇਰੇ ਘਰ ਮੇਰਾ ਧਿਆਨ ਰੱਖਣ ਲਈ ਆ ਜਾਣਾ। ਸਾਡੇ ਦੋਵਾਂ ਭੈਣਾਂ ਵਿੱਚ ਥੋੜੀ ਬਹੁਤ ਗੱਲ ਹੋਈ ਤੇ ਫਿਰ ਜਿੱਤੀ ਥੋੜੀ ਦੇਰ ਬਾਅਦ ਆਪਣੇ ਘਰ ਚਲੀ ਗਈ। ਸ਼ਾਮ ਨੂੰ ਰਵੀ ਜਦੋਂ ਦਫ਼ਤਰ ਤੋਂ ਘਰ ਆਏ ਤਾਂ ਉਸ ਦੇ ਨਾਲ ਇੱਕ ਨੌਕਰਾਣੀ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਅੱਜ ਤੋਂ ਘਰ ਦੇ ਸਾਰੇ ਕੰਮ ਮਾਲਤੀ ਬਾਈ ਕਰੇਗੀ। ਉਹ ਵੱਡੀ ਉਮਰ ਦੀ ਔਰਤ ਮੈਨੂੰ ਸਹੀ ਲੱਗੀ। ਮੈਂ ਰਵੀ ਦੀ ਗੱਲ ਤੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ। ਪਰ ਰਾਤ ਨੂੰ ਜਦੋਂ ਸੌਣ ਦੇ ਲਈ ਲੇਟੀ ਤਾਂ ਮੇਰੀ ਤੇ ਜਿੱਤੀ ਵਿਚਾਲੇ ਜੋ ਗੱਲ ਹੋਈ ਸੀ ਉਹ ਦੱਸਣ ਲੱਗੀ। ਮੈਂ ਰਵੀ ਨੂੰ ਪੁੱਛਿਆ, ਰਵੀ, ਜੇ ਜਿੱਤੀ ਮੇਰੇ ਘਰ ਮੇਰਾ ਧਿਆਨ ਰੱਖਣ ਲਈ ਆ ਜਾਵੇ ਤਾਂ ਕੀ ਤੁਸੀਂ ਉਸ ਨੂੰ ਇਜਾਜ਼ਤ ਦਿਓਗੇ? ਰਵੀ ਨੇ ਮੈਨੂੰ ਗੁੱਸੇ ਨਾਲ ਕਿਹਾ, ਕਦੇ ਨਹੀਂ। ਤੇਰੀ ਅੱਖਾਂ ਤੇ ਤਾਂ ਤੇਰੀ ਭੈਣ ਦੇ ਪਿਆਰ ਦੀ ਪੱਟੀ ਬੰਨੀ ਹੋਈ ਹੈ, ਪਰ ਮੈਂ ਪੁਰਾਣੀਆਂ ਗੱਲਾਂ ਨਹੀਂ ਭੁੱਲ ਸਕਦਾ। ਕਦੇ ਬੀਤੇ ਦਿਨਾਂ ਦੀ ਗੱਲਾਂ ਵੀ ਯਾਦ ਕਰ ਲਿਆ ਕਰ, ਤਾਂ ਤੈਨੂੰ ਸਭ ਕੁਝ ਸਮਝ ਆ ਜਾਵੇਗਾ। ਰਵੀ ਦੇ ਮੂੰਹ ਤੋਂ ਇਹ ਸਭ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਸੀ। ਮੈਂ ਸੋਚ ਰਹੀ ਸੀ ਕਿ ਮੈਨੂੰ ਕੀ ਜ਼ਰੂਰਤ ਸੀ ਆਪਣੀ ਭੈਣ ਦੀ ਸਾਰੀ ਗੱਲ ਦੱਸਣ ਦੀ। ਕਾਸ਼ ਮੈਂ ਆਪਣੀ ਭੈਣ ਦੀ ਗੱਲਾਂ ਨੂੰ ਨਹੀਂ ਦੱਸਿਆ ਹੁੰਦਾ ਤਾਂ ਮੈਨੂੰ ਇਹ ਸਭ ਨਹੀਂ ਸੁਣਨਾ ਪੈਂਦਾ। ਮੇਰੀ ਨੌਕਰਾਣੀ ਸਾਰਾ ਦਿਨ ਘਰ ਦੇ ਕੰਮ ਕਰਦੀ ਤੇ ਮੈਂ ਆਰਾਮ ਕਰਦੀ ਰਹਿੰਦੀ। ਮੈਨੂੰ ਬਹੁਤ ਖਾਲੀ ਸਮਾਂ ਮਿਲਦਾ। ਇਸ ਖਾਲੀ ਸਮੇਂ ਵਿੱਚ ਮੈਂ ਆਪਣੀ ਭੈਣ ਨੂੰ ਬੁਲਾ ਲਿਆ ਕਰਦੀ ਸੀ। ਅਸੀਂ ਦੋਵੇਂ ਭੈਣਾਂ ਬਹੁਤ ਸਾਰੀਆਂ ਗੱਲਾਂ ਕਰਦੇ। ਹੌਲੀ ਹੌਲੀ ਕਰਕੇ ਸਮਾਂ ਗੁਜ਼ਰ ਰਿਹਾ ਸੀ। ਇੱਕ ਦਿਨ ਰਵੀ ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ, ਮਨਪ੍ਰੀਤ, ਇੱਕ ਬਹੁਤ ਵੱਡੀ ਪਰੇਸ਼ਾਨੀ ਆ ਗਈ ਹੈ। ਮੈਂ ਘਬਰਾ ਕੇ ਪੁੱਛਿਆ, ਕੀ ਗੱਲ ਹੈ, ਕੀ ਪਰੇਸ਼ਾਨੀ ਹੈ? ਉਹਨਾਂ ਨੇ ਕਿਹਾ ਕਿ ਦਫ਼ਤਰ ਦੇ ਕੰਮ ਦੇ ਸਿਲਸਿਲੇ ਵਿੱਚ ਮੈਨੂੰ 2 ਦਿਨਾਂ ਲਈ ਸ਼ਹਿਰ ਤੋਂ ਬਾਹਰ ਜਾਣਾ ਪਵੇਗਾ। ਇਸ ਲਈ ਮੈਂ ਬਹੁਤ ਪਰੇਸ਼ਾਨ ਹਾਂ। ਮੈਂ ਤੈਨੂੰ ਇਸ ਹਾਲਤ ਵਿੱਚ ਇਕੱਲਾ ਛੱਡ ਕੇ ਨਹੀਂ ਜਾਣਾ ਚਾਹੁੰਦਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਹੈ ਕਿ ਮੈਂ ਕਰਾਂ ਤਾਂ ਕੀ ਕਰਾਂ। ਮੈਂ ਰਵੀ ਦਾ ਹੱਥ ਫੜਦੇ ਹੋਏ ਕਿਹਾ, ਕੀ ਹੋ ਗਿਆ ਹੈ ਤੁਹਾਨੂੰ? ਤੁਸੀਂ ਬੇਫਿਕਰ ਹੋ ਕੇ ਜਾਓ। ਸਿਰਫ 2 ਦਿਨਾਂ ਦੀ ਹੀ ਤਾਂ ਗੱਲ ਹੈ। ਤੁਸੀਂ ਤਾਂ ਘਰ ਦੇ ਕੰਮਾਂ ਲਈ ਨੌਕਰਾਣੀ ਵੀ ਰੱਖ ਦਿੱਤੀ ਹੈ। ਮੈਂ ਉਸ ਨੂੰ ਆਪਣੇ ਕਮਰੇ ਵਿੱਚ ਸਵਾ ਲਿਆ ਕਰਾਂਗੀ। ਰਵੀ ਬੇਬਸੀ ਨਾਲ ਮੈਨੂੰ ਦੇਖਦਾ ਰਹਿ ਗਿਆ। ਫਿਰ ਬੋਲਿਆ, ਜੇ ਮਜਬੂਰੀ ਨਾ ਹੁੰਦੀ ਤਾਂ ਮੈਂ ਕਦੇ ਵੀ ਤੈਨੂੰ ਇਸ ਹਾਲਤ ਵਿੱਚ ਇਕੱਲਾ ਛੱਡ ਕੇ ਨਹੀਂ ਜਾਂਦਾ। ਮੈਂ ਰਵੀ ਨੂੰ ਦਿਲਾਸਾ ਦਿੱਤਾ ਤਾਂ ਉਹ ਮੇਰੀ ਗੱਲ ਮੰਨ ਗਏ ਤੇ ਆਪਣੇ ਸਫ਼ਰ ਲਈ ਨਿਕਲ ਗਏ। ਰਵੀ ਦੇ ਜਾਣ ਤੋਂ ਬਾਅਦ ਮੈਂ ਸੋਚਣ ਲੱਗੀ ਕਿ ਕਾਸ਼ ਜਿੱਤੀ ਮੈਨੂੰ ਮਿਲਣ ਆ ਜਾਂਦੀ ਤਾਂ ਬਹੁਤ ਚੰਗਾ ਹੁੰਦਾ। ਪੂਰਾ ਦਿਨ ਮੈਂ ਜਿੱਤੀ ਦਾ ਇੰਤਜ਼ਾਰ ਕਰਦੇ ਹੀ ਰਹਿ ਗਈ, ਪਰ ਉਹ ਨਹੀਂ ਆਈ। ਪਰ ਸ਼ਾਮ ਦੇ ਸਮੇਂ ਮੇਰੀ ਨੌਕਰਾਣੀ ਨੇ ਮੈਨੂੰ ਕਿਹਾ ਕਿ ਮੈਡਮ, ਤੁਹਾਨੂੰ ਮਿਲਣ ਲਈ ਤੁਹਾਡੀ ਭੈਣ ਜਿੱਤੀ ਆਈ ਹੈ। ਜਿੱਤੀ ਦਾ ਨਾਂ ਸੁਣਦੇ ਹੀ ਮੈਂ ਬਹੁਤ ਖੁਸ਼ ਹੋ ਗਈ। ਮੈਂ ਕਿਹਾ ਕਿ ਉਸ ਨੂੰ ਅੰਦਰ ਭੇਜ ਦਿਓ। ਜਿੱਤੀ ਜਦੋਂ ਮੇਰੇ ਕੋਲ ਮੈਨੂੰ ਮਿਲਣ ਆਈ ਤਾਂ ਉਸ ਦੀ ਹਾਲਤ ਦੇਖ ਕੇ ਮੈਂ ਹੈਰਾਨ ਸੀ। ਉਸ ਦੇ ਚਿਹਰੇ ਤੇ ਥਾਂ-ਥਾਂ ਤੇ ਸੱਟ ਦੇ ਨਿਸ਼ਾਨ ਲੱਗੇ ਸਨ ਤੇ ਉਸ ਦੇ ਵਾਲ ਵੀ ਵਿਖਰੇ ਹੋਏ ਸਨ। ਉਹ ਮੈਨੂੰ ਰੋ ਰੋ ਕੇ ਕਹਿਣ ਲੱਗੀ, ਮਨਪ੍ਰੀਤ, ਮੈਂ ਬਹੁਤ ਪਰੇਸ਼ਾਨ ਹਾਂ। ਮੇਰਾ ਘਰ ਟੁੱਟਣ ਤੋਂ
ਤੂੰ ਹੀ ਬਚਾ ਸਕਦੀ ਹੈ। ਮੇਰੇ ਪਤੀ ਨੇ ਅੱਜ ਮੈਨੂੰ ਬਹੁਤ ਮਾਰਿਆ ਤੇ ਬੋਲਿਆ ਕਿ ਹੁਣ ਮੈਂ ਤੈਨੂੰ ਛੱਡ ਦੇਵਾਂਗਾ, ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਇੰਨੇ ਮੁਸ਼ਕਿਲ ਸਮੇਂ ਵਿੱਚ ਮੈਂ ਕਿਸ ਦਾ ਸਹਾਰਾ ਲਵਾਂ? ਮਾਂ-ਬਾਪ ਤਾਂ ਹੈ ਨਹੀਂ। ਇਸ ਲਈ ਮੈਂ ਤੇਰੇ ਕੋਲ ਆ ਗਈ ਕਿ ਤੂੰ ਹੀ ਮੇਰੇ ਪਤੀ ਨੂੰ ਸਮਝਾ। ਮੈਂ ਕਿਹਾ ਹਾਂ ਹਾਂ ਕਿਉਂ ਨਹੀਂ, ਪਰ ਰਾਤ ਹੋਣ ਵਾਲੀ ਹੈ, ਕੱਲ ਚੱਲਾਂਗੇ। ਮੇਰੀ ਗੱਲ ਸੁਣਦੇ ਹੀ ਉਹ ਰੋਣ ਲੱਗੀ। ਉਸਨੇ ਕਿਹਾ ਨਹੀਂ, ਅੱਜ ਹੀ ਚੱਲਦੇ ਹਾਂ, ਕਿਉਂਕਿ ਜੇ ਅੱਜ ਇਸ ਦਾ ਫੈਸਲਾ ਨਹੀਂ ਹੋਇਆ ਤਾਂ ਹੁਣ ਮੈਂ ਉਸ ਦੇ ਨਾਲ ਨਹੀਂ ਰਹਿ ਸਕਦੀ। ਆਪਣੀ ਭੈਣ ਦੀ ਹਾਲਤ ਦੇਖ ਕੇ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਕਿਹਾ ਠੀਕ ਹੈ, ਚੱਲਦੇ ਹਾਂ। ਮੈਂ ਇੱਕ ਆਟੋ ਰਿਕਸ਼ਾ ਬੁਲਾਇਆ ਤੇ ਅਸੀਂ ਦੋਵੇਂ ਭੈਣਾਂ ਜੀਤੀ ਦੇ ਘਰ ਲਈ ਨਿਕਲ ਗਏ। ਜਦੋਂ ਮੈਂ ਉਸਦੇ ਘਰ ਲੈ ਕੇ ਗਈ, ਉਸਨੇ ਕਿਹਾ ਮੇਰਾ ਪਤੀ ਇਸ ਕਮਰੇ ਵਿੱਚ ਹੈ, ਹੁਣ ਤੂੰ ਹੀ ਉਸ ਨੂੰ ਸਮਝਾ ਸਕਦੀ ਹੈ। ਮੈਂ ਕਿਹਾ ਹਾਂ ਹਾਂ, ਤੂੰ ਚਿੰਤਾ ਨਾ ਕਰ, ਮੇਰੇ ਤੋਂ ਜਿੰਨਾ ਬਣੇਗਾ ਮੈਂ ਕੋਸ਼ਿਸ਼ ਕਰੂੰਗੀ। ਮੈਂ ਜਿਵੇਂ ਹੀ ਉਸ ਕਮਰੇ ਦੇ ਦਰਵਾਜ਼ੇ ਕੋਲ ਗਈ, ਜੀਤੀ ਨੇ ਮੈਨੂੰ ਧੱਕਾ ਦੇ ਕੇ ਉਸ ਕਮਰੇ ਵਿੱਚ ਸੁੱਟ ਦਿੱਤਾ ਤੇ ਦਰਵਾਜ਼ੇ ਦੀ ਕੁੰਡੀ ਬਾਹਰ ਤੋਂ ਲਗਾ ਦਿੱਤੀ। ਇਹ ਸਭ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਕੁਝ ਸਮਝ ਨਹੀਂ ਸਕੀ। ਮੈਂ ਕੁਝ ਏਦਾਂ ਦਾ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਰੋਂਗਟੇ ਖੜੇ ਹੋ ਗਏ। ਮੈਂ ਅੱਜ ਤੋਂ 4 ਸਾਲ ਪਿੱਛੇ ਚਲੀ ਗਈ, ਕਿਉਂਕਿ 4 ਸਾਲ ਪਹਿਲਾਂ ਵੀ ਮੇਰੇ ਨਾਲ ਕੁਝ ਏਦਾਂ ਦਾ ਹੀ ਹੋਇਆ ਸੀ। ਮੈਂ ਕਮਰੇ ਵਿੱਚ ਬੰਦ ਸੀ ਤੇ ਰੋ ਰੋ ਕੇ ਆਪਣੀ ਮਾਂ ਨੂੰ ਬੁਲਾ ਰਹੀ ਸੀ। ਮਾਂ ਜਦੋਂ ਕਮਰੇ ਤੋਂ ਬਾਹਰ ਆਈ ਤਾਂ ਮੈਨੂੰ ਕਹਿਣ ਲੱਗੀ, ਮਨਪ੍ਰੀਤ, ਅੱਜ ਤੂੰ ਜੋ ਗੁਨਾਹ ਕੀਤਾ ਹੈ, ਅਸੀਂ ਲੋਕ ਕਿਤੇ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਬੱਚੇ ਹਾਂ। ਮੈਂ ਤੇਰੇ ਬਾਪ ਨੂੰ ਕੀ ਦੱਸਾਂਗੀ? ਮੈਂ ਕਿਹਾ ਮਾਂ, ਮੇਰੀ ਗਲਤੀ ਇੰਨੀ ਵੀ ਵੱਡੀ ਨਹੀਂ ਹੈ, ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਮਾਂ ਨੇ ਕਿਹਾ ਬਕਵਾਸ ਬੰਦ ਕਰ ਮਨਪ੍ਰੀਤ, ਤੇ ਇਸ ਤੋਂ ਅੱਗੇ ਹੁਣ ਇੱਕ ਲਫ਼ਜ਼ ਵੀ ਨਹੀਂ ਬੋਲਣਾ, ਕਿਉਂਕਿ ਤੇਰੇ ਪਾਪਾ ਘਰ ਆ ਗਏ ਹਨ, ਤੇਰੀ ਆਵਾਜ਼ ਨਹੀਂ ਆਉਣੀ ਚਾਹੀਦੀ। ਮੈਂ ਡਰੀ ਹੋਈ ਸੀ, ਇਸ ਲਈ ਮੈਂ ਚੁੱਪ ਹੋ ਗਈ। ਪਾਪਾ ਜਦੋਂ ਘਰ ਆਏ ਤਾਂ ਆਉਂਦੇ ਹੀ ਸਾਨੂੰ ਦੋਨੋਂ ਭੈਣਾਂ ਨੂੰ ਪੁੱਛਣ ਲੱਗੇ। ਉਸ ਸਮੇਂ ਜਿੱਤੀ ਦੀ ਆਵਾਜ਼ ਸੁਣਾਈ ਦਿੱਤੀ। ਜਿੱਤੀ ਤੇ ਮੈਂ ਦੋਵੇਂ ਜੁੜਵਾਂ ਭੈਣਾਂ ਸੀ। ਜਿੱਤੀ ਪਾਪਾ ਕੋਲ ਜਾ ਕੇ ਬੈਠ ਗਈ ਤੇ ਕਹਿਣ ਲੱਗੀ, ਕੀ ਹੋਇਆ ਪਾਪਾ? ਮੈਂ ਤਾਂ ਇੱਥੇ ਹੀ ਹਾਂ। ਪਾਪਾ ਨੇ ਕਿਹਾ ਹਾਂ, ਪਰ ਮਨਪ੍ਰੀਤ ਕਿੱਥੇ ਹੈ? ਜਿੱਤੀ ਨੇ ਕਿਹਾ ਨਾਂ ਨਾ ਲਓ ਉਸਦਾ, ਉਸਨੇ ਤੁਹਾਡੀ ਇੱਜ਼ਤ ਨੂੰ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਤੇ ਮਾਂ ਦੀ ਆਵਾਜ਼ ਆਈ। ਉਹਨਾਂ ਨੇ ਕਿਹਾ ਚੁੱਪ ਕਰ ਜਿੱਤੀ, ਜਾ ਪਾਪਾ ਲਈ ਖਾਣਾ ਲਿਆ। ਪਾਪਾ ਨੇ ਕਿਹਾ ਨਹੀਂ, ਮੈਂ ਖਾਣਾ ਨਹੀਂ ਖਾਊਂਗਾ। ਕੀ ਗੱਲ ਹੈ ਜਿੱਤੀ? ਪਹਿਲਾਂ ਪੂਰੀ ਗੱਲ ਦੱਸ। ਮੈਂ ਕਮਰੇ ਵਿੱਚ ਬੈਠੀ ਇਹ ਸਾਰੀਆਂ ਗੱਲਾਂ ਸੁਣ ਸੁਣ ਕੇ ਕੰਬਣ ਲੱਗੀ। ਜਿੱਤੀ ਨੇ ਕਿਹਾ ਪਾਪਾ, ਮੈਂ ਮਨਪ੍ਰੀਤ ਨੂੰ ਰੰਗੇ ਹੱਥ ਫੜ ਲਿਆ ਹੈ। ਜੋ ਗੁਨਾਹ ਉਸਨੇ ਕੀਤਾ ਹੈ ਉਹ ਮਾਫੀ ਦੇ ਕਾਬਿਲ ਨਹੀਂ ਹੈ। ਇਹ ਸਭ ਦੇਖ ਕੇ ਮੈਨੂੰ ਬਰਦਾਸ਼ਤ ਨਹੀਂ ਹੋਇਆ, ਇਸ ਲਈ ਮੈਂ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਪਾਪਾ, ਇੱਕ ਗੱਲ ਕਹਾਂ, ਮਨਪ੍ਰੀਤ ਵਰਗੀ ਔਲਾਦ ਨੂੰ ਮਰ ਹੀ ਜਾਣਾ ਚਾਹੀਦਾ ਹੈ, ਨਹੀਂ ਤਾਂ ਅੱਗੇ ਚੱਲ ਕੇ ਉਹ ਤੁਹਾਡੀ ਇੱਜ਼ਤ ਨੂੰ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ। ਥੋੜੀ ਦੇਰ ਚੁੱਪ ਰਹੀ, ਫਿਰ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ। ਪਾਪਾ ਸਾਹਮਣੇ ਖੜੇ ਸੀ। ਉਹਨਾਂ ਨੂੰ ਦੇਖ ਕੇ ਮੈਂ ਕੰਬ ਰਹੀ ਸੀ। ਮੇਰਾ ਹੱਥ ਫੜ ਕੇ ਮੈਨੂੰ ਉਠਾਇਆ। ਮੈਨੂੰ ਲੱਗ ਰਿਹਾ ਸੀ ਅੱਜ ਤਾਂ ਪਾਪਾ ਮੈਨੂੰ ਜਿਉਂਦਾ ਨਹੀਂ ਛੱਡਣਗੇ। ਮੇਰੀ ਹਾਲਤ ਦੇਖ ਕੇ ਪਾਪਾ ਮੇਰੇ ਲਈ ਪਾਣੀ ਦਾ ਗਿਲਾਸ ਲੈ ਕੇ ਆਏ ਤੇ ਮੈਨੂੰ ਕਹਿਣ ਲੱਗੇ, ਮਨਪ੍ਰੀਤ, ਪਹਿਲਾਂ ਪਾਣੀ ਪੀ। ਮੈਂ ਕੰਬਦੇ ਹੋਏ ਹੱਥਾਂ ਨਾਲ ਪਾਣੀ ਦਾ ਗਿਲਾਸ ਫੜਿਆ ਤੇ ਪਾਣੀ ਪੀਣ ਲੱਗੀ। ਪਾਣੀ ਪੀਣ ਤੋਂ ਬਾਅਦ ਪਾਪਾ ਨੇ ਮੈਨੂੰ ਕਿਹਾ, ਹੁਣ ਦੱਸ ਕੀ ਗੱਲ ਹੈ? ਘਰ ਵਿੱਚ ਕਿਸ ਕਿਸਮ ਦਾ ਤਮਾਸ਼ਾ ਲੱਗਿਆ ਹੋਇਆ ਹੈ? ਉਹਨਾਂ ਦੀ ਗੱਲ ਤੇ ਮੈਂ ਫੁੱਟ-ਫੁੱਟ ਕੇ ਰੋਣ ਲੱਗੀ ਤੇ ਰੋਂਦੇ ਹੋਏ ਬੋਲੀ, ਪਾਪਾ, ਮੈਂ ਸੱਚੀ ਤੁਹਾਡੀ ਕਸੂਰਵਾਰ ਹਾਂ। ਮੈਂ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੈ। ਮੈਂ ਤੁਹਾਡੀ ਚੰਗੀ ਧੀ ਨਹੀਂ ਹਾਂ। ਪਾਪਾ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਬੋਲੇ, ਪਹਿਲਾਂ ਆਪਣਾ ਕਸੂਰ ਦੱਸ। ਮੈਂ ਕਿਹਾ, ਪਾਪਾ, ਜੋ ਤੁਸੀਂ ਮੈਨੂੰ ਤੇ ਜੀਤੀ ਨੂੰ ਮੋਬਾਈਲ ਲਿਆ ਕੇ ਦਿੱਤਾ ਸੀ, ਉਸ ਤੇ ਮੈਂ ਫੇਸਬੁੱਕ ਦੀ ਆਈਡੀ ਬਣਾਈ। ਫੇਸਬੁੱਕ ਤੇ ਮੇਰੀ ਮੁਲਾਕਾਤ ਰਵੀ ਨਾਂ ਦੇ ਇੱਕ ਮੁੰਡੇ ਨਾਲ ਹੋਈ। ਮੈਂ ਉਸ ਨਾਲ ਗੱਲ ਕਰਨ ਲੱਗੀ। ਗੱਲਾਂ ਹੀ ਗੱਲਾਂ ਵਿੱਚ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸੀ। ਫਿਰ ਉਸਨੇ ਆਪਣਾ ਮੋਬਾਈਲ ਨੰਬਰ ਮੈਨੂੰ ਦੇ ਦਿੱਤਾ। ਹੁਣ ਰਾਤ ਹੁੰਦੇ ਹੀ ਅਸੀਂ ਦੋਵੇਂ ਫੋਨ ਤੇ ਗੱਲਾਂ ਕਰਦੇ ਹਾਂ, ਪਰ ਇਸ ਗੱਲ ਦੀ ਖਬਰ ਕਿਸੇ ਨੂੰ ਵੀ ਨਹੀਂ ਸੀ। ਪਰ ਅੱਜ ਜਦੋਂ ਮੈਂ ਉਸ ਨਾਲ ਗੱਲ ਕਰ ਰਹੀ ਸੀ ਤੇ ਮੈਂ ਗੱਲਾਂ ਵਿੱਚ ਇੰਨੀ ਮਸਤ ਹੋ ਗਈ ਕਿ ਮੈਂ ਇਹ ਨਹੀਂ ਦੇਖਿਆ ਕਿ ਕਮਰੇ ਵਿੱਚ ਕੌਣ ਆਇਆ ਹੈ, ਕਿਉਂਕਿ ਗੱਲ ਹੀ ਕੁਝ ਇਸ ਤਰ੍ਹਾਂ ਦੀ ਸੀ। ਉਸਨੇ ਮੈਨੂੰ ਦੱਸਿਆ ਕਿ ਉਸ ਨੂੰ ਬਹੁਤ ਚੰਗੀ ਨੌਕਰੀ ਮਿਲ ਗਈ ਹੈ ਤੇ ਹੁਣ ਉਹ ਸਾਡੇ ਵਿਆਹ ਦੀ ਗੱਲ ਆਪਣੇ ਘਰ ਕਰ ਸਕਦਾ ਹੈ। ਅਸੀਂ ਦੋਵੇਂ ਇਹ ਸਭ ਗੱਲਾਂ ਕਰ ਰਹੇ ਸੀ ਤੇ ਅਚਾਨਕ ਜੀਤੀ ਆ ਗਈ ਤੇ ਸਾਡੀਆਂ ਗੱਲਾਂ ਸੁਣ ਲਈਆਂ ਤੇ ਉਸਨੇ ਮੇਰੇ ਹੱਥੋਂ ਫੋਨ ਖੋਲਿਆ ਤੇ ਮੈਨੂੰ ਇਸ ਕਮਰੇ ਵਿੱਚ ਬੰਦ ਕਰ ਦਿੱਤਾ। ਪਾਪਾ ਨੇ ਕਿਹਾ, ਮਨਪ੍ਰੀਤ, ਵੈਸੇ ਤਾਂ ਕਿਸੇ ਵੀ ਗੈਰ ਮਰਦ ਨਾਲ
ਇਸ ਤਰ੍ਹਾਂ ਰਾਤ ਦੇ ਸਮੇਂ ਗੱਲ ਕਰਨਾ ਗੁਨਾਹ ਹੈ। ਇਹ ਗੱਲ ਤਾਂ ਤੈਨੂੰ ਚੰਗੀ ਤਰ੍ਹਾਂ ਪਤਾ ਹੋਵੇਗੀ। ਮੈਂ ਸਹਿਮਤੀ ਨਾਲ ਆਪਣਾ ਸਿਰ ਹਿਲਾ ਦਿੱਤਾ। ਫਿਰ ਤੂੰ ਇਸ ਤਰ੍ਹਾਂ ਕਿਉਂ ਕੀਤਾ? ਮੈਂ ਕਿਹਾ, ਪਾਪਾ ਮੈਂ ਬਹਿਕ ਗਈ ਸੀ। ਪਾਪਾ ਨੇ ਕਿਹਾ, ਚੰਗਾ ਠੀਕ ਹੈ, ਮੇਰੀ ਗੱਲ ਉਸ ਮੁੰਡੇ ਨਾਲ ਕਰਵਾ। ਮੈਂ ਕਿਹਾ, ਫੋਨ ਤਾਂ ਜੀਤੀ ਦੇ ਕੋਲ ਹੈ। ਪਾਪਾ ਨੇ ਕਿਹਾ, ਠੀਕ ਹੈ, ਜਾ ਫੋਨ ਲੈ ਕੇ ਆ। ਮੈਂ ਕਮਰੇ ਤੋਂ ਬਾਹਰ ਆ ਗਈ ਤੇ ਜੀਤੀ ਨੂੰ ਕਿਹਾ, ਮੈਨੂੰ ਮੋਬਾਈਲ ਦੇ। ਜੀਤੀ ਨੇ ਕਿਹਾ, ਮੂੰਹ ਤੋੜ ਦੇਵਾਂਗੇ ਜੇ ਫਿਰ ਤੋਂ ਤੂੰ ਮੋਬਾਈਲ ਦਾ ਨਾਂ ਲਿਆ ਤਾਂ। ਮੈਂ ਕਿਹਾ, ਮੋਬਾਈਲ ਮੈਂ ਨਹੀਂ, ਪਾਪਾ ਮੰਗ ਰਹੇ ਹਨ। ਮੇਰੀ ਗੱਲ ਸੁਣ ਕੇ ਉਹ ਹੈਰਾਨ ਰਹਿ ਗਈ। ਫਿਰ ਬੜੀ ਮੁਸ਼ਕਿਲ ਨਾਲ ਉਸਨੇ ਫੋਨ ਮੇਰੇ ਹੱਥ ਵਿੱਚ ਫੜਾ ਦਿੱਤਾ। ਮੈਂ ਰਵੀ ਦਾ ਨੰਬਰ ਮਿਲਾਇਆ ਤੇ ਬੋਲੀ, ਮੇਰੇ ਪਾਪਾ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ। ਪਾਪਾ ਤੇ ਰਵੀ ਦੋਵੇਂ ਇੱਕ ਦੂਜੇ ਨਾਲ ਗੱਲ ਕਰਨ ਲੱਗੇ। ਪਾਪਾ ਨੇ ਕਿਹਾ, ਪੁੱਤ ਮੈਨੂੰ ਪਤਾ ਚੱਲਿਆ ਹੈ ਕਿ ਤੂੰ ਤੇ ਮਨਪ੍ਰੀਤ ਇੱਕ ਦੂਜੇ ਨੂੰ ਪਸੰਦ ਕਰਦੇ ਹੋ। ਉਧਰ ਤੋਂ ਰਵੀ ਨੇ ਕੀ ਕਿਹਾ ਮੈਨੂੰ ਕੁਝ ਵੀ ਸਮਝ ਨਹੀਂ ਆਇਆ। ਪਾਪਾ ਨੇ ਫੋਨ ਰੱਖ ਦਿੱਤਾ ਤੇ ਮੈਨੂੰ ਕਿਹਾ ਕਿ ਉਹ ਮੁੰਡਾ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ ਤੇ ਅਗਲੇ 1-2 ਦਿਨਾਂ ਵਿੱਚ ਉਸਦੇ ਘਰ ਵਾਲੇ ਤੈਨੂੰ ਦੇਖਣ ਲਈ ਸਾਡੇ ਘਰ ਆਉਣ ਵਾਲੇ ਹਨ। ਪਾਪਾ ਦੀ ਗੱਲ ਸੁਣ ਕੇ ਤਾਂ ਮੇਰੀ ਖੁਸ਼ੀ ਦਾ ਠਿਕਾਣਾ ਹੀ ਨਹੀਂ ਰਿਹਾ। ਮੈਂ ਬਹੁਤ ਖੁਸ਼ ਸੀ। ਪਾਪਾ ਮੈਨੂੰ ਕਮਰੇ ਤੋਂ ਬਾਹਰ ਲੈ ਕੇ ਆਏ ਤੇ ਅਸੀਂ ਇਕੱਠੇ ਬੈਠ ਕੇ ਖਾਣਾ ਖਾਧਾ। ਖਾਣਾ ਖਾਂਦੇ ਸਮੇਂ ਪਾਪਾ ਨੇ ਮਾਂ ਨੂੰ ਵੀ ਇਹ ਗੱਲ ਦੱਸੀ ਕਿ ਕੱਲ ਮਨਪ੍ਰੀਤ ਨੂੰ ਦੇਖਣ ਲਈ ਮੁੰਡੇ ਵਾਲੇ ਆਉਣ ਵਾਲੇ ਹਨ। ਇਹ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ, ਪਰ ਮੈਂ ਦੇਖਿਆ ਜੀਤੀ ਦੇ ਚਿਹਰੇ ਦੀ ਰੰਗਤ ਉੱਡ ਗਈ। ਉਹ ਮੈਨੂੰ ਘੂਰ ਰਹੀ ਸੀ। ਅਗਲੇ ਦਿਨ ਵੱਡੀ ਜੀ ਗੱਡੀ ਸਾਡੇ ਘਰ ਦੇ ਸਾਹਮਣੇ ਆ ਕੇ ਰੁਕੀ। ਮੁਹੱਲੇ ਵਾਲੇ ਦੇਖ ਕੇ ਹੈਰਾਨ ਰਹਿ ਗਏ। ਮੈਂ ਤਾਂ ਖੁਦ ਵੀ ਰਵੀ ਦੇ ਘਰ ਵਾਲਿਆਂ ਦਾ ਰਹਿਣ ਸਹਿਣ ਦੇਖ ਕੇ ਹੈਰਾਨ ਸੀ। ਉਹ ਬਹੁਤ ਹੀ ਚੰਗੇ ਲੋਕ ਸਨ। ਰਵੀ ਦੇ ਘਰ ਵਾਲੇ ਮੇਰੇ ਪਾਪਾ ਤੇ ਮੇਰੀ ਮਾਂ ਦੋਵਾਂ ਨੂੰ ਪਸੰਦ ਆ ਗਏ ਤੇ ਇਸ ਤਰ੍ਹਾਂ ਮੇਰਾ ਤੇ ਰਵੀ ਦਾ ਰਿਸ਼ਤਾ ਤੈਅ ਹੋ ਗਿਆ। ਪਰ ਜੀਤੀ ਤਾਂ ਮੇਰੀ ਦੁਸ਼ਮਣ ਬਣ ਗਈ ਸੀ। ਉਸਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਮੇਰਾ ਇਹ ਰਿਸ਼ਤਾ ਨਾ ਹੋਵੇ, ਪਰ ਜੀਤੀ ਦੀ ਹਰ ਕੋਸ਼ਿਸ਼ ਨਾਕਾਮ ਹੋ ਗਈ। ਕੁਝ ਦਿਨਾਂ ਬਾਅਦ ਮੇਰਾ ਤੇ ਰਵੀ ਦਾ ਵਿਆਹ ਬੜੀ ਧੂਮਧਾਮ ਨਾਲ ਹੋਇਆ ਤੇ ਮੈਂ ਦੁਲਹਨ ਬਣ ਕੇ ਰਵੀ ਦੇ ਘਰ ਆ ਗਈ। ਰਵੀ ਬਹੁਤ ਚੰਗਾ ਸੀ। ਮੈਂ ਉਸਦੇ ਨਾਲ ਬਹੁਤ ਖੁਸ਼ ਸੀ। ਕੁਝ ਦਿਨਾਂ ਬਾਅਦ ਪਾਪਾ ਨੇ ਜੀਤੀ ਦਾ ਵੀ ਵਿਆਹ ਤੈਅ ਕਰ ਦਿੱਤਾ। ਜੀਤੀ ਦੇ ਸਹੁਰੇ ਮੇਰੇ ਸਹੁਰੇ ਤੋਂ ਥੋੜੀ ਦੂਰੀ ਤੇ ਹੀ ਸੀ। ਉਸ ਦਾ ਵਿਆਹ ਹੋ ਗਿਆ, ਪਰ ਜੋ ਕੁਝ ਵੀ ਮੇਰੇ ਨਾਲ ਜੀਤੀ ਨੇ ਕੀਤਾ ਸੀ, ਮੈਂ ਜੀਤੀ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਸੀ। ਪਰ ਮਾਂ-ਬਾਪ ਦੇ ਗੁਜ਼ਰਨ ਤੋਂ ਬਾਅਦ ਇੱਕ ਦਿਨ ਅਚਾਨਕ ਜੀਤੀ ਮੇਰੇ ਘਰ ਆ ਗਈ ਤੇ ਬੀਤੇ ਦਿਨਾਂ ਦੀਆਂ ਗਲਤੀਆਂ ਦੀ ਮੇਰੇ ਤੋਂ ਮਾਫੀ ਮੰਗਣ ਲੱਗੀ ਤੇ ਮੈਂ ਵੀ ਆਪਣਾ ਦਿਲ ਵੱਡਾ ਕਰਕੇ ਉਸ ਨੂੰ ਮਾਫ ਕਰ ਦਿੱਤਾ। ਹੁਣ ਜੀਤੀ ਹਰ ਰੋਜ਼ ਮੇਰੇ ਘਰ ਆਇਆ ਕਰਦੀ ਸੀ। ਉਹ ਮੈਨੂੰ ਦੱਸਦੀ ਕਿ ਉਸ ਦਾ ਪਤੀ ਚੰਗਾ ਇਨਸਾਨ ਨਹੀਂ ਹੈ, ਉਹ ਇੱਕ ਸ਼ਰਾਬੀ ਹੈ ਤੇ ਉਹ ਉਸ ਨੂੰ ਮਾਰਦਾ ਕੁੱਟਦਾ ਰਹਿੰਦਾ ਹੈ ਤੇ ਉਸ ਦੇ ਦੁੱਖ ਸੁਣ ਕੇ ਮੈਂ ਵੀ ਦੁਖੀ ਹੋ ਜਾਂਦੀ ਸੀ। ਰਵੀ ਨੂੰ ਜਦੋਂ ਵੀ ਇਹ ਗੱਲ ਪਤਾ ਚੱਲਦੀ ਕਿ ਜੀਤੀ ਘਰ ਵਿੱਚ ਆਈ ਹੋਈ ਹੈ ਤਾਂ ਉਹ ਬਹੁਤ ਗੁੱਸਾ ਕਰਦੇ, ਕਿਉਂਕਿ ਉਹ ਜੀਤੀ ਦੀਆਂ ਹਰਕਤਾਂ ਤੋਂ ਜਾਣੂ ਸੀ। ਉਹ ਮੈਨੂੰ ਸਮਝਾਉਂਦੇ ਹੋਏ ਕਹਿੰਦੇ, ਮਨਪ੍ਰੀਤ ਤੇਰੀ ਭੈਣ ਹੁਣ ਵੀ ਬਦਲੀ ਨਹੀਂ ਹੈ, ਉਹ ਉੱਦਾਂ ਦੀ ਉੱਦਾਂ ਹੀ ਹੈ। ਇਸ ਗੱਲ ਤੇ ਮੈਂ ਉਹਨਾਂ ਨੂੰ ਕਹਿੰਦੀ ਕਿ ਨਹੀਂ, ਹੁਣ ਉਹ ਬਦਲ ਗਈ ਹੈ। ਤੁਸੀਂ ਬੇਵਜ੍ਹਾ ਪੁਰਾਣੀਆਂ ਗੱਲਾਂ ਨੂੰ ਆਪਣੇ ਦਿਲ ਤੇ ਲੈ ਕੇ ਬੈਠੇ ਹੋ। ਪਰ ਅੱਜ ਜਦੋਂ ਜੀਤੀ ਨੇ ਮੈਨੂੰ ਫਿਰ ਤੋਂ ਹਨੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਰਵੀ ਸੱਚ ਕਹਿੰਦਾ ਸੀ। ਉਹ ਵਾਕਿਆ ਵਿੱਚ ਨਹੀਂ ਬਦਲੀ ਸੀ। ਮੇਰੀ ਨਜ਼ਰ ਕਮਰੇ ਦੀ ਦੀਵਾਰ ਤੇ ਪਈ ਜਿਸ ਤੇ ਲਾਲ ਰੰਗ ਵਿੱਚ ਲਿਖਿਆ ਹੋਇਆ ਸੀ, ਅੱਜ ਦੀ ਰਾਤ ਤੂੰ ਮੇਰੇ ਪਤੀ ਦੀ ਦੁਲਹਨ ਬਣ ਜਾ। ਇਹ ਸਭ ਦੇਖ ਕੇ ਮੈਂ ਕੰਬਣ ਲੱਗੀ ਤੇ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਮੇਰੇ ਸਾਹਮਣੇ ਮੇਰੀ ਭੈਣ ਦਾ ਘਰ ਵਾਲਾ ਖੜਾ ਸੀ। ਉਸ ਨੂੰ ਦੇਖਦੇ ਹੀ ਮੈਂ ਘਬਰਾ ਗਈ। ਉਹ ਹੌਲੀ-ਹੌਲੀ ਕਦਮਾਂ ਨਾਲ ਅੱਗੇ ਵਧ ਰਿਹਾ ਸੀ ਤੇ ਉਸ ਦੇ ਹੱਥ ਮੇਰੇ ਵੱਲ ਵਧ ਰਹੇ ਸਨ। ਮੈਂ ਰੋਣ ਚਿੱਕਣ ਲੱਗੀ, ਪਰ ਸ਼ਾਇਦ ਉਸ ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਫਿਰ ਉਸਨੇ ਮੇਰੇ ਨਾਲ ਜੋ ਕੀਤਾ, ਮੈਂ ਹੈਰਾਨ ਰਹਿ ਗਈ। ਉਹ ਮੇਰੇ ਸਿਰ ਤੇ ਹੱਥ ਰੱਖਦੇ ਹੋਏ ਕਹਿਣ ਲੱਗਾ, ਮਨਪ੍ਰੀਤ ਤੈਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਚੱਲ ਆ, ਮੈਂ ਤੈਨੂੰ ਤੇਰੇ ਘਰ ਛੱਡ ਦਿੰਦਾ ਹਾਂ। ਉਹਨਾਂ ਦੀ ਗੱਲ ਤੋਂ ਮੈਂ ਬਹੁਤ ਹੈਰਾਨ ਹੋਈ। ਮੈਂ ਇੱਕ ਲੰਬੀ ਸਾਹ ਲਈ ਤੇ ਫਿਰ ਕਿਹਾ, ਮੈਂ ਤੁਹਾਡੇ ਤੇ ਕਿਵੇਂ ਯਕੀਨ ਕਰਾਂ? ਤੁਸੀਂ ਤਾਂ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ। ਉਹਨਾਂ ਨੇ ਇੱਕ ਲੰਬੀ ਗਹਿਰੀ ਸਾਹ ਲਈ ਤੇ ਫਿਰ ਕਿਹਾ, ਮਨਪ੍ਰੀਤ ਜ਼ਿੰਦਗੀ ਤਾਂ ਜੀਤੀ ਨੇ ਮੇਰੀ ਤਬਾਹ ਕਰਕੇ ਰੱਖ ਦਿੱਤੀ ਹੈ। ਉਹ ਹਰ ਸਮੇਂ ਮੇਰੇ ਤੇ ਝੂਠੇ ਇਲਜ਼ਾਮ ਲਗਾਉਂਦੀ ਹੈ। ਮੈਂ ਅੱਜ ਤੱਕ ਉਸ ਤੇ ਕਦੇ ਹੱਥ ਨਹੀਂ ਉਠਾਇਆ। ਸ਼ਾਇਦ ਉਹ ਮੇਰੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਹੈ। ਆਪਣੇ ਜੀਜੇ ਜੋਗਿੰਦਰ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਉਹਨਾਂ ਨੇ ਕਿਹਾ ਕਿ ਅੱਜ ਜਦੋਂ ਮੈਂ ਘਰ ਆਇਆ ਤਾਂ ਉਹ ਮੈਨੂੰ ਕਹਿਣ ਲੱਗੀ,
ਮੈਂ ਤੁਹਾਡੇ ਲਈ ਇੱਕ ਤੋਹਫਾ ਰੱਖਿਆ ਹੈ। ਜਾਓ, ਜਾ ਕੇ ਕਮਰੇ ਵਿੱਚ ਦੇਖ ਲਓ। ਮੈਨੂੰ ਕੁਝ ਸਮਝ ਵਿੱਚ ਨਹੀਂ ਆਇਆ ਤਾਂ ਮੈਂ ਕਮਰੇ ਵਿੱਚ ਆ ਗਿਆ, ਪਰ ਤੈਨੂੰ ਦੇਖਿਆ ਤਾਂ ਹੈਰਾਨ ਸੀ। ਮੈਨੂੰ ਸਮਝ ਵਿੱਚ ਆ ਗਿਆ ਸੀ, ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਜੀਤੀ ਆਪਣੀ ਭੈਣ ਨਾਲ ਇਸ ਤਰ੍ਹਾਂ ਕਰ ਸਕਦੀ ਹੈ। ਉਹ ਕਿਸੇ ਦੀ ਨਹੀਂ ਹੈ। ਮੈਨੂੰ ਮੇਰਾ ਜੀਜਾ ਜੋਗਿੰਦਰ ਘਰ ਲੈ ਆਇਆ। ਘਰ ਆਉਂਦੇ ਹੀ ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰੀ ਭੈਣ ਮੇਰੇ ਪਤੀ ਨੂੰ ਬਹਿਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਜੀਤੀ ਦੀ ਨਜ਼ਰ ਸਾਡੇ ਤੇ ਪਈ ਤਾਂ ਉਹ ਘਬਰਾ ਗਈ। ਰਵੀ ਮੈਨੂੰ ਦੇਖਦੇ ਹੀ ਮੇਰੇ ਕੋਲ ਆ ਕੇ ਘਬਰਾ ਕੇ ਪੁੱਛਣ ਲੱਗਿਆ, ਤੂੰ ਕਿੱਥੇ ਚਲੀ ਗਈ ਸੀ? ਰਵੀ ਦੀਆਂ ਗੱਲਾਂ ਦਾ ਜਵਾਬ ਮੇਰੇ ਜੀਜੇ ਨੇ ਦਿੱਤਾ। ਇਹ ਸਭ ਜਾਣਨ ਤੋਂ ਬਾਅਦ ਰਵੀ ਨੇ ਮੈਨੂੰ ਕਿਹਾ, ਮਨਪ੍ਰੀਤ, ਮੈਂ ਤੈਨੂੰ ਬਹੁਤ ਸਮਝਾਇਆ ਕਿ ਆਪਣੀ ਭੈਣ ਤੋਂ ਦੂਰ ਰਿਹਾ ਕਰ, ਪਰ ਤੈਨੂੰ ਕੁਝ ਸਮਝ ਵਿੱਚ ਨਹੀਂ ਆਉਂਦਾ ਸੀ। ਤੂੰ ਤਾਂ ਆਪਣੀ ਭੈਣ ਦੇ ਪਿਆਰ ਵਿੱਚ ਪਾਗਲ ਸੀ। ਮਨਪ੍ਰੀਤ, ਮੈਂ ਤੈਨੂੰ ਦੱਸਣਾ ਨਹੀਂ ਚਾਹੁੰਦਾ ਸੀ, ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਤੂੰ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰੇਗੀ ਵੀ ਜਾਂ ਨਹੀਂ, ਪਰ ਅੱਜ ਤੈਨੂੰ ਦੱਸ ਰਿਹਾ ਹਾਂ। ਤੇਰੀ ਭੈਣ ਜੀਤੀ ਜਦੋਂ ਵੀ ਮੈਨੂੰ ਇਕੱਲੇ ਮਿਲਦੀ ਹੈ, ਉਹ ਮੈਨੂੰ ਤੇਰੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਮਨਪ੍ਰੀਤ, ਮੈਨੂੰ ਤੇਰੇ ਤੇ ਖੁਦ ਤੋਂ ਵੀ ਜ਼ਿਆਦਾ ਵਿਸ਼ਵਾਸ ਸੀ, ਤੇ ਤੈਨੂੰ ਇਹ ਲੱਗ ਰਿਹਾ ਹੋਵੇਗਾ ਕਿ ਮੈਂ ਇੰਨਾ ਜਲਦੀ ਵਾਪਸ ਕਿਵੇਂ ਆ ਗਿਆ। ਮੈਂ ਤਾਂ ਦੂਜੇ ਸ਼ਹਿਰ ਜਾ ਰਿਹਾ ਸੀ। ਹਾਂ, ਪਰ ਅਚਾਨਕ ਜਿਸ ਕੰਮ ਲਈ ਮੈਂ ਜਾ ਰਿਹਾ ਸੀ ਉਹ ਕੰਮ ਅਗਲੇ ਮਹੀਨੇ ਹੋਏਗਾ, ਇਸ ਲਈ ਮੈਨੂੰ ਵਾਪਸ ਆਉਣਾ ਪਿਆ। ਮਨਪ੍ਰੀਤ, ਤੇਰੀ ਭੈਣ ਤੈਨੂੰ ਨਫ਼ਰਤ ਕਰਦੀ ਹੈ। ਉਹ ਤੈਨੂੰ ਮੇਰੀ ਨਜ਼ਰਾਂ ਵਿੱਚ ਗਿਰਾ ਕੇ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈ, ਕਿਉਂਕਿ ਉਸ ਦੀ ਨਜ਼ਰ ਮੇਰੇ ਤੋਂ ਜ਼ਿਆਦਾ ਮੇਰੇ ਪੈਸਿਆਂ ਤੇ ਹੈ। ਇਸ ਲਈ ਅੱਜ ਉਸਨੇ ਇਹ ਸਾਰਾ ਨਾਟਕ ਰਚਿਆ ਸੀ। ਅੱਜ ਜੀਤੀ ਦੀ ਸੱਚਾਈ ਸਭ ਦੇ ਸਾਹਮਣੇ ਆ ਗਈ ਸੀ। ਮੇਰਾ ਜੀਜਾ ਵੀ ਅੱਜ ਜੀਤੀ ਨੂੰ ਛੱਡ ਕੇ ਚਲਾ ਗਿਆ ਸੀ। ਉਹਨਾਂ ਨੇ ਕਿਹਾ ਕਿ ਮੈਂ ਹੁਣ ਇਸ ਨਾਲ ਨਹੀਂ ਰਹਿ ਸਕਦਾ, ਮੈਂ ਇਸ ਨੂੰ ਤਲਾਕ ਦੇ ਦੇਵਾਂਗਾ। ਜੀਤੀ ਰੋਂਦੇ ਹੋਏ ਮੇਰੇ ਕਦਮਾਂ ਵਿੱਚ ਡਿੱਗ ਪਈ। ਹੁਣ ਤੁਸੀਂ ਹੀ ਦੱਸੋ ਦੋਸਤੋ ਕਿ ਇੰਨਾ ਕੁਝ ਹੋ ਜਾਣ ਤੋਂ ਬਾਅਦ ਵੀ ਮੈਨੂੰ ਆਪਣੀ ਭੈਣ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।